ਜਿਹੜੀ ਕੌਮ ਆ ਨਾ ਉਸਨੂੰ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਵਾਸਤੇ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਅਕਾਲੀ ਫੂਲਾ ਸਿੰਘ ਜੀ ਵਰਗੀ ਸ਼ਖਸੀਅਤ ਦੇ ਜਿਹੜੇ ਮਾਲਕ ਸੀਗੇ ਉਹਨਾਂ ਲੋਕਾਂ ਤੋਂ ਸੇਧ ਲੈਣੀ ਚਾਹੀਦੀ ਆ। ਜਿਵੇਂ ਹਾਥੀ ਨੂੰ ਆਪਣੀ ਸੁੰਡ ਦਿਖਾਈ ਦਿੰਦੀ ਆ, ਇਸ ਤਰ੍ਹਾਂ ਹਾਥੀ ਤੋਂ ਵੱਡਾ ਸਾਡਾ ਜਿਹੜਾ ਹੈ ਇਹ ਸਾਡਾ ਕੁਨਬਾ ਹੈ ਔਰ ਸਾਡੀ ਕੌਮ ਆ। ਕਿਉਂਕਿ ਸਰਕਾਰ ਨੇ ਜਿਹੜੀ ਧਾਰਾਵਾਂ ਲਾਈਆਂ ਸੀ ਇਹ ਸੋਚ ਕੇ ਲਾਈਆਂ ਸੀ ਕਿ 6-6 7-7 ਮਹੀਨੇ ਸਾਲ ਬਾਹਰ ਨਹੀਂ ਆਉਣਗੇ, ਕਿਸਾਨੀ ਅੰਦੋਲਨ ਡਰ ਜੂਗਾ, ਲੋਕ ਮਾਂ-ਬਾਪ ਦੇ ਬੱਚਿਆਂ ਨੂੰ ਘਰੋਂ ਚੋਂ ਨਿਕਲਣ ਤੋਂ ਨਾ ਕਰ ਦੇਣਗੇ। ਉਹ ਉਹਨਾਂ ਦੀ ਜਿਹੜੀ ਸੋਚ ਸੀਗੀ ਉਹ ਬਹੁਤ ਵੱਡੀ ਉਹਨਾਂ ਦੀ ਜਿਹੜੀ ਇੱਕ ਸਾਜ਼ਿਸ਼ ਸੀ ਮੈਂ ਕਹੂੰਗਾ, ਔਰ ਜੋ ਸੋਚ ਦੇ ਤਹਿਤ ਉਹ ਕੰਮ ਕਰ ਰਹੇ ਸੀ ਉਹ ਬਹੁਤ ਮੂੰਹ ਪਰਨੇ ਜਾ ਕੇ ਪਏ ਆ। ਘੱਟੋ ਘੱਟ ਮੈਂ ਆਪਣੇ ਜੀਵਨ ਕਾਲ 'ਚ ਦੱਸ ਸਕਦਾ ਕਿ 84 ਤੋਂ ਲੈ ਕੇ ਹੁਣ ਤੱਕ ਅਸੀਂ ਐਸਾ ਕੋਈ ਸਮਾਂ ਨਹੀਂ ਦੇਖਿਆ ਸੀ ਜਦੋਂ ਦਿੱਲੀ ਦੇ ਸਿੱਖਾਂ ਨੇ ਇੰਨਾ ਵੱਡਾ ਹੁਲਾਰਾ ਕਿਸੇ ਚੀਜ਼ ਵਾਸਤੇ ਲਿਆਂਦਾ ਹੋਵੇ ਅੱਗੇ, ਔਰ ਕਿਹਾ ਹੋਵੇ ਕਿ ਤਨ ਮਨ ਧਨ ਨਾਲ ਸਾਰੀ ਦਿੱਲੀ ਸੰਗਤਾਂ ਨੇ ਕਿਹਾ ਅਸੀਂ ਆਪਣੇ ਕਿਸਾਨ ਵੀਰਾਂ ਵਾਸਤੇ ਖੜੇ ਹਾਂ, ਭਾਵੇਂ ਕਿ ਉਹਨਾਂ ਦਾ ਕਿੱਤਾ ਕਿਸਾਨੀ ਨਹੀਂ ਹੈਗਾ। ਅਸੀਂ ਤੇ ਉਹ ਲੋਕ ਹਾਂ ਜਿਨ੍ਹਾਂ ਨੇ ਸੱਜਣ ਕੁਮਾਰ ਨੂੰ ਜੇਲ੍ਹ 'ਚ ਛੱਡ ਕੇ ਆਏ ਹਾਂ। ਕਮਲਨਾਥ ਤੇ 35 ਸਾਲ ਬਾਅਦ ਮੈਂ ਕੇਸ ਖੁਲਵਾਇਆ, 33 ਸਾਲ ਬਾਅਦ ਕਮਲਨਾਥ ਤੇ 33 ਸਾਲ ਬਾਅਦ, ਔਰ 32 ਸਾਲ ਬਾਅਦ ਕਮਲਨਾਥ ਸੱਜਣ ਕੁਮਾਰ ਨੂੰ ਅੰਦਰ ਛੱਡ ਕੇ ਆਏ ਹਾਂ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਜਿਹੜੇ ਅੱਜ ਦੇ ਸਮੇਂ 'ਚ ਕਿਸਾਨਾਂ ਦੇ ਮਸੀਹਾ ਬਣੇ ਹੋਏ ਨੇ। ਦੇਸ਼ ਦੇ ਹਰ ਕਿਸਾਨ ਦੀ ਜ਼ੁਬਾਨ ਤੇ ਸਿਰਸਾ ਦਾ ਨਾਮ ਜ਼ਰੂਰ ਹੈ, ਕਿਉਂਕਿ ਖੇਤੀ ਕਾਨੂੰਨਾਂ ਦੇ ਖਿਲਾਫ ਚੱਲਦੇ ਸੰਘਰਸ਼ ਦੌਰਾਨ ਕਿੰਨੇ ਹੀ ਕਿਸਾਨਾਂ ਤੇ ਪਰਚੇ ਕੀਤੇ ਗਏ, ਜਿਨ੍ਹਾਂ ਦੀ ਜ਼ਮਾਨਤ ਕਰਵਾਉਣ ਦਾ ਟੀਚਾ ਮਨਜਿੰਦਰ ਸਿੰਘ ਸਿਰਸਾ ਨੇ ਚੁੱਕਿਆ ਅਤੇ ਉਹਨਾਂ ਵੱਲੋਂ ਇਸ ਕੰਮ ਨੂੰ ਨੇਪਰੇ ਵੀ ਚਾੜਿਆ ਗਿਆ। ਤੇ ਹੁਣ ਸੰਗਰੂਰ 'ਚ ਅਕਾਲੀ ਫੂਲਾ ਸਿੰਘ ਦੇ ਸਾਲਾਨਾ ਸ਼ਹੀਦੀ ਸਮਾਗਮ 'ਚ ਪਹੁੰਚੇ ਸਿਰਸਾ ਨੇ ਕੇਂਦਰ ਸਰਕਾਰ ਨੂੰ ਲੰਮੇ ਹੱਥੀਂ ਲਿਆ। ਅੱਜ ਸਾਡੀ ਖੁਸ਼ਕਿਸਮਤੀ ਆ ਕਿ ਅਕਾਲੀ ਫੂਲਾ ਸਿੰਘ ਜੀ ਵਰਗੇ ਸ਼ਹੀਦ, ਮਹਾਨ ਸ਼ਹੀਦ, ਜਿਹਦੇ ਜਿੱਥੇ ਸਿਮਰਨ ਦੇ ਧਾਰਨੀ ਸੀ ਉੱਥੇ ਸ਼ਮਸ਼ੀਰ ਦੇ ਧਾਰਨੀ ਵੀ ਸੀ, ਜਿਨ੍ਹਾਂ ਨੇ ਮੀਰੀ ਔਰ ਪੀਰੀ ਦੀ ਇਸ ਸਿਧਾਂਤ ਨੂੰ ਪੂਰਾ ਡਟ ਕੇ ਪਹਿਰਾ ਦਿੱਤਾ, ਭਾਵੇਂ ਮਹਾਰਾਜਾ ਰਣਜੀਤ ਸਿੰਘ ਵੀ ਸਾਹਮਣੇ ਕਿਉਂ ਨਾ ਹੋਵੇ, ਪਰ ਕਦੀ ਚਾਪਲੂਸੀ ਵਾਲੇ ਪਾਸੇ ਧਿਆਨ ਨਹੀਂ ਦਿੱਤਾ। ਅੱਜ ਇਸ ਗੱਲ ਦੀ ਕੌਮ ਨੂੰ ਬੜੀ ਲੋੜ ਆ। ਸਾਨੂੰ ਅੱਜ ਲੋੜ ਆ ਕਿ ਜਿਹੜੀ ਚਾਪਲੂਸੀਆਂ ਨੂੰ ਤੋਂ ਉੱਪਰ ਉੱਠ ਕੇ ਸਰਕਾਰਾਂ ਦੇ ਚੰਗੇ ਕੰਮਾਂ ਨੂੰ, ਸਰਕਾਰਾਂ ਚੰਗੀ ਨੀਤੀਆਂ ਨੂੰ ਵਡਿਆਉਣਾ ਚਾਹੀਦਾ, ਕੋਈ ਸ਼ੱਕ ਨਹੀਂ। ਪਰ ਜਿਹੜੀ ਕੌਮ ਆ ਨਾ ਉਸਨੂੰ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਵਾਸਤੇ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਅਕਾਲੀ ਫੂਲਾ ਸਿੰਘ ਜੀ ਵਰਗੀ ਸ਼ਖਸੀਅਤ ਦੇ ਜਿਹੜੇ ਮਾਲਕ ਸੀਗੇ ਉਹਨਾਂ ਲੋਕਾਂ ਤੋਂ ਸੇਧ ਲੈਣੀ ਚਾਹੀਦੀ ਆ। ਸੋ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਆਪਣੀ ਖੁਸ਼ਕਿਸਮਤੀ ਮਹਿਸੂਸ ਕਰਦੀ ਕਿ ਸਾਨੂੰ ਅੱਜ ਇਸ ਪਵਿੱਤਰ ਸਥਾਨ ਤੇ ਆ ਕੇ ਦਰਸ਼ਨ ਦਿਦਾਰੇ ਕਰਨ ਦਾ ਮੌਕਾ ਮਿਲਿਆ, ਜਿੱਥੇ ਮੈਂ ਸਾਰੀ ਸੰਗਤ ਵੱਲੋਂ, ਦਿੱਲੀ ਦੀ ਸੰਗਤ ਵੱਲੋਂ ਇਸ ਮਹਾਨ ਸ਼ਹੀਦ ਦੇ ਚਰਨਾਂ 'ਚ ਆਪਣੇ ਸ਼ਰਧਾ ਸੁਮਨ ਅਰਪਿਤ ਕਰਦਾ। ਉੱਥੇ ਹੀ ਉਮੀਦ ਕਰਦੇ ਹਾਂ ਕਿ ਜਿਹੜੀ ਸਾਡੇ ਆਉਣ ਵਾਲੀ ਪਨੀਰੀ ਆ ਉਹ ਇਹਨਾਂ ਤੋਂ ਸੇਧ ਲਏਗੀ, ਪ੍ਰੇਰਨਾ ਲਏਗੀ, ਔਰ ਇਸ ਗੱਲ ਨੂੰ ਮਹਿਸੂਸ ਕਰੇਗੀ ਕਿ ਸਾਡੀ ਹੋਂਦ ਕੀ ਆ, ਸਾਡੀ ਤਾਕਤ ਕੀ ਆ, ਔਰ ਆਪਣੀ ਤਾਕਤ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਜਿਵੇਂ ਹਾਥੀ ਨੂੰ ਆਪਣੀ ਸੁੰਡ ਦਿਖਾਈ ਦਿੰਦੀ ਆ, ਇਸ ਤਰ੍ਹਾਂ ਹਾਥੀ ਤੋਂ ਵੱਡਾ ਸਾਡਾ ਜਿਹੜਾ ਹੈ ਇਹ ਸਾਡਾ ਕੁਨਬਾ ਹੈ ਔਰ ਸਾਡੀ ਕੌਮ ਆ। ਠੀਕ ਆ, ਸਾਡੀ ਸੇਵਾ ਬਹੁਤ ਮਹਾਨ ਆ, ਉਹ ਸੇਵਾ ਸਾਨੂੰ ਜੁਟੇ ਰਹਿਣਾ ਚਾਹੀਦਾ, ਪਰ ਸਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਵੀ ਸਾਡਾ ਸਰੀਰ ਜਿਹੜਾ ਹੈ ਉਹ ਮਾਲਕ ਨੇ ਸਾਨੂੰ ਜਿਹੜੀਆਂ ਬਖਸ਼ਿਸ਼ਾਂ ਕੀਤੀਆਂ ਨੇ ਕੌਮ ਨੂੰ, ਉਹ ਬਹੁਤ ਵੱਡੀਆਂ ਨੇ, ਉਹਨਾਂ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ। ਗੁਰੂ ਸਾਹਿਬ ਨੇ ਕਿਰਪਾ ਕੀਤੀ ਜਦੋਂ ਇਹ ਸਾਰਾ ਮਹਾਨ ਕਾਰਜ ਹੋਇਆ, ਭਾਵੇਂ ਉਹ ਕੋਵਿਡ ਦੀ ਮਹਾਮਾਰੀ ਹੋਵੇ, ਭਾਵੇਂ ਕਿਸਾਨ ਅੰਦੋਲਨ ਹੋਵੇ ਜਾਂ ਕਿਸਾਨ ਅੰਦੋਲਨ ਤੇ ਹੋ ਰਿਹਾ ਧੱਕਾ ਹੋਵੇ, ਉਸ ਵੇਲੇ ਗੁਰੂ ਸਾਹਿਬ ਨੇ ਸਾਨੂੰ ਇਹ ਸੇਵਾਵਾਂ ਬਖਸ਼ੀਆਂ ਸੀ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੁੱਖ ਸੇਵਾਦਾਰ ਦੇ ਰੂਪ 'ਚ ਮੈਂ ਸੇਵਾ ਨਿਭਾ ਰਿਹਾ। ਇਹ ਮੇਰਾ ਫਰਜ਼ ਬਣਦਾ ਸੀ ਔਰ ਮੈਂ ਆਪਣੇ ਫਰਜ਼ ਦੀ ਅਦਾਇਗੀ ਕੀਤੀ ਆ। ਔਰ ਮੈਨੂੰ ਇਸ ਗੱਲ ਦੀ ਬੜੀ ਤਸੱਲੀ ਆ ਕਿ ਜੋ ਸਾਡੇ ਵੀਰ ਅੱਗੇ ਕਈ ਸਾਲ ਜੇਲ੍ਹਾਂ 'ਚ ਰੁਲਦੇ ਰਹੇ, ਕੇਵਲ ਇਸ ਕਰਕੇ ਕਿਉਂਕਿ ਸਰਕਾਰ ਦੇ ਅੱਗੇ ਲੋਕ ਡਰ ਜਾਂਦੇ ਸੀ, ਝੁਕ ਜਾਂਦੇ ਸੀ। ਔਰ ਇਸ ਵੇਲੇ ਵੀ ਮੈਂ ਤੁਹਾਨੂੰ ਜ਼ਰੂਰ ਕਹਿਣਾ ਚਾਹੁੰਦਾ ਕਿ ਦਿੱਲੀ ਦੇ ਜਿਹੜੇ ਸਾਡੇ ਸਭ ਤੋਂ ਸੀਨੀਅਰ ਮੋਸਟ ਜਿਹੜੇ ਲੋਕ ਸੀ, ਸਿੱਖ ਖਾਸ ਤੌਰ 'ਤੇ ਐਡਵੋਕੇਟ ਸੀਗੇ, ਜਦੋਂ ਮੈਂ ਉਹਨਾਂ ਨਾਲ ਇਸ ਮਸਲੇ 'ਚ ਗੱਲਬਾਤ ਕੀਤੀ, ਤੁਸੀਂ ਹੈਰਾਨ ਹੋ ਕੇ, ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਕਿਉਂਕਿ ਮੇਰਾ ਪਰਪਸ ਕਿਸੇ ਨੂੰ ਛੋਟਾ ਵੱਡਾ ਕਰਨਾ ਨਹੀਂ, ਪਰ ਮੇਰਾ ਪਰਪਸ ਆਪਣੀ ਕੌਮ ਨੂੰ ਇਹ ਦੱਸਣਾ ਹੈ ਕਿ ਉਹ ਡਰ ਗਏ। ਉਹਨਾਂ ਨੇ ਮੈਨੂੰ ਮਨਾ ਕਰ ਦਿੱਤਾ ਔਰ ਇਹ ਵੀ ਕਹਿ ਦਿੱਤਾ ਕਿ ਮੈਂ ਵੀ ਇਸ ਕੰਮ 'ਚ ਇਨਵੋਲਵ ਨਾ ਹੋਵਾਂ, ਇਸ ਕੰਮ 'ਚ ਅੱਗੇ ਨਾ ਹੋ। ਔਰ ਦੂਜੇ ਸੀਨੀਅਰ ਮੋਸਟ ਐਡਵੋਕੇਟ ਸੀ, ਉਹਨਾਂ ਨੇ ਸਪਸ਼ਟ 2 ਲਾਈਨਾਂ 'ਚ ਕਹਿ ਕੇ ਮੇਰਾ ਫੋਨ ਹੀ ਕੱਟ ਦਿੱਤਾ ਕਿ ਮੈਂ ਇਹਦੇ 'ਚ ਕੁਝ ਨਹੀਂ ਕਰ ਸਕਦਾ। ਉਸ ਵੇਲੇ ਮੈਨੂੰ ਜ਼ਰੂਰ ਅਹਿਸਾਸ ਹੋਇਆ ਕਿ ਸਾਡੀ ਕੌਮ ਇੰਨੀ ਕਮਜ਼ੋਰ ਨਹੀਂ ਕਿ ਕਿਸੇ 2 ਲੋਕਾਂ ਦੇ ਸਿਰ ਤੇ ਸਾਡੀ ਕੌਮ ਬੈਠੀ ਹੋਵੇ। ਮੈਂ ਉਹਨਾਂ ਨੌਜਵਾਨ ਵਕੀਲਾਂ ਦਾ ਧੰਨਵਾਦ ਕਰਦਾ ਹਾਂ। ਮੈਂ ਜਿਨ੍ਹਾਂ ਨੌਜਵਾਨਾਂ ਨੂੰ ਫੋਨ ਕੀਤਾ ਉਹਨਾਂ ਕਿਹਾ ਜੀ ਅਸੀਂ ਡਟ ਕੇ ਖੜੇ, ਸਿਰਸਾ ਜੀ ਤੁਸੀਂ ਖੜੇ ਜੇ, ਅਸੀਂ ਡਟ ਕੇ ਖੜੇ, ਭਾਵੇਂ ਪੁਲਿਸ ਮੁਕੱਦਮੇ ਦਰਜ ਕਰੇ ਅਸੀਂ ਪਿੱਛੇ ਨਹੀਂ ਹਟਾਂਗੇ। ਸੋ ਮੈਂ ਉਹਨਾਂ ਵਕੀਲਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਵੇਲੇ ਇਸ ਮੈਂ ਕਹੂੰਗਾ ਕਿ ਕੋਲਿਆਂ 'ਤੇ ਚੱਲਣ ਵਾਲਾ ਕੰਮ ਸੀ, ਅੱਗ 'ਤੇ ਚੱਲਣ ਵਾਲਾ ਕੰਮ ਸੀਗਾ, ਔਰ ਉਹਨਾਂ ਨੇ ਸਾਡਾ ਸਾਥ ਦਿੱਤਾ ਔਰ ਸਾਡੇ ਇਸ ਨੌਜਵਾਨ ਨੂੰ ਅਸੀਂ ਜੇਲ੍ਹਾਂ 'ਚੋਂ ਬਾਹਰ ਕੱਢਣ 'ਚ ਕਾਮਯਾਬ ਹੋਏ। ਸਰਕਾਰ ਦੀ ਬਹੁਤ ਵੱਡੀ ਹਾਰ ਆ ਕਿਉਂਕਿ ਸਰਕਾਰ ਨੇ ਜਿਹੜੀ ਧਾਰਾਵਾਂ ਲਾਈਆਂ ਸੀ ਇਹ ਸੋਚ ਕੇ ਲਾਈਆਂ ਸੀ ਕਿ 6-6 7-7 ਮਹੀਨੇ ਸਾਲ ਬਾਹਰ ਨਹੀਂ ਆਉਣਗੇ,
ਕਿਸਾਨੀ ਅੰਦੋਲਨ ਡਰ ਜੂਗਾ, ਲੋਕ ਮਾਂ-ਬਾਪ ਦੇ ਬੱਚਿਆਂ ਨੂੰ ਘਰਾਂ ਚੋਂ ਨਿਕਲਣ ਤੋਂ ਨਾ ਕਰ ਦੇਣਗੇ। ਉਹ ਉਹਨਾਂ ਦੀ ਜਿਹੜੀ ਸੋਚ ਸੀਗੀ ਉਹ ਬਹੁਤ ਵੱਡੀ, ਉਹਨਾਂ ਦੀ ਜਿਹੜੀ ਇੱਕ ਸਾਜ਼ਿਸ਼ ਸੀ ਮੈਂ ਕਹੂੰਗਾ, ਔਰ ਜੋ ਸੋਚ ਦੇ ਤਹਿਤ ਉਹ ਕੰਮ ਕਰ ਰਹੇ ਸੀ ਉਹ ਬਹੁਤ ਮੂੰਹ ਪਰਨੇ ਜਾ ਕੇ ਪਏ ਆ। ਔਰ ਉਹਨਾਂ ਨੂੰ ਇਹ ਸੱਚਾਈ ਸਾਹਮਣੇ ਆ ਗਈ ਕਿ ਇਹ ਲੋਕਾਂ ਨੇ ਕਿਸ ਤਰ੍ਹਾਂ ਸਾਡੇ ਨਜਾਇਜ਼ ਮੁੰਡਿਆਂ ਤੇ ਧੱਕੇ ਕੀਤੇ ਸੀ ਔਰ ਕੋਰਟਾਂ ਨੇ ਸਭ ਨੂੰ ਜ਼ਮਾਨਤਾਂ ਦਿੱਤੀਆਂ। ਸਰ, ਜਿਵੇਂ ਦਿੱਲੀ ਬਾਰਡਰਾਂ ਦੇ ਬੈਠੇ ਕਿਸਾਨਾਂ ਦੀ ਦਿੱਲੀ ਗੁਰਦੁਆਰਾ ਪਦਪਾੜੀ ਵੱਲੋਂ ਪਹਿਲਾਂ ਵੀ ਬਹੁਤ ਵੱਡੀ ਸੇਵਾ ਕੀਤੀ ਗਈ ਹੈ ਤੇ ਹੁਣ ਗਰਮੀਆਂ ਆ ਗਈਆਂ, ਮਤਲਬ ਕਿ ਬਹੁਤ ਔਖਾ ਹੈ ਉੱਥੇ। ਸਾਰੇ ਇੰਤਜ਼ਾਮ ਕਰ ਰਹੇ ਹਾਂ, ਹੁਣ ਵੀ ਕੰਮ ਇੰਤਜ਼ਾਮ ਕਰ ਰਹੇ ਹਾਂ, ਕੂਲਰਾਂ ਤੋਂ ਲੈ ਕੇ ਪੱਖਿਆਂ ਤੋਂ ਲੈ ਕੇ ਜੋ ਅਸੀਂ ਉੱਥੇ ਕਰ ਸਕਾਂਗੇ, ਪੱਕੇ ਛੱਤਾਂ ਪਾਉਣ ਤੋਂ ਜੋ ਵੀ ਕਰ ਸਕਾਂਗੇ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਆਪਣਾ ਫਰਜ਼ ਸਮਝਦੀ ਹੈ, ਕਿਉਂਕਿ ਸਾਡਾ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠਾ ਹੈ ਔਰ ਦਿੱਲੀ ਦਾ ਸਿੱਖ ਜਿਹੜਾ ਹੈ ਦੋਵੇਂ ਬਾਹਾਂ ਖੋਲ੍ਹ ਕੇ। ਔਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ, ਘੱਟੋ ਘੱਟ ਮੈਂ ਆਪਣੇ ਜੀਵਨ ਕਾਲ 'ਚ ਦੱਸ ਸਕਦਾ ਕਿ 84 ਤੋਂ ਲੈ ਕੇ ਹੁਣ ਤੱਕ ਅਸੀਂ ਐਸਾ ਕੋਈ ਸਮਾਂ ਨਹੀਂ ਦੇਖਿਆ ਸੀ ਜਦੋਂ ਦਿੱਲੀ ਦੇ ਸਿੱਖਾਂ ਨੇ ਇੰਨਾ ਵੱਡਾ ਹੁੰਡਾਰਾ ਕਿਸੇ ਚੀਜ਼ ਵਾਸਤੇ ਲਿਆਂਦਾ ਹੋਵੇ ਅੱਗੇ, ਔਰ ਕਿਹਾ ਹੋਵੇ ਕਿ ਤਨ ਮਨ ਧਨ ਨਾਲ ਸਾਰੀ ਦਿੱਲੀ ਸੰਗਤਾਂ ਨੇ ਕਿਹਾ ਅਸੀਂ ਆਪਣੇ ਕਿਸਾਨ ਵੀਰਾਂ ਵਾਸਤੇ ਖੜੇ ਹਾਂ, ਭਾਵੇਂ ਕਿ ਉਹਨਾਂ ਦਾ ਕਿਸਤਾ ਕਿਸਾਨੀ ਨਹੀਂ ਹੈਗਾ ਪਰ ਭਾਵਨਕ ਤੌਰ ਤੇ ਉਹ ਆਪਣੇ ਕਿਸਾਨਾਂ ਨਾਲ ਖੜੇ ਆ। ਜਦੋਂ ਕਿਸਾਨ ਗਲਤੀ ਨਾਲ ਰਾਹ ਭਟਕ ਕੇ ਔਰ ਵੈਸਟ ਦਿੱਲੀ ਦੇ ਅੰਦਰ ਟਰੈਕਟਰ ਟਰਾਲੀਆਂ ਤੇ ਘੁਸ ਗਏ ਸੀ, ਉਸ ਵੇਲੇ ਰਾਤ ਨੂੰ 6 ਵਜੇ ਵੀ ਜਦੋਂ ਕਿ ਲੱਭਣਾ ਔਖਾ ਸੀਗਾ, 6 ਵਜੇ ਵੀ ਕਿੱਥੋਂ ਸੰਗਤਾਂ ਨੇ ਫੁੱਲ ਲੱਭ ਕੇ ਲਿਆ ਕੇ ਤੇ ਉੱਥੇ ਦਿੱਲੀ ਦੇ ਉਸ ਇਲਾਕੇ 'ਚ ਫੁੱਲਾਂ ਦੀ ਵਰਖਾ ਕੀਤੀ ਜਿੱਥੇ ਪਤਾ ਵੀ ਨਹੀਂ ਸੀ ਕਿਸਾਨਾਂ ਨੇ ਇੱਥੋਂ ਨਿਕਲਣਾ ਹੈ। ਇੰਨਾ ਕਿਸਾਨੀ ਦੇ ਪ੍ਰਤੀ ਸਾਡੇ ਦਿੱਲੀ ਦੇ ਸਿੱਖਾਂ ਦਾ ਉਤਸ਼ਾਹ ਹੈ। ਸੋ ਅਸੀਂ ਡਟ ਕੇ ਆਪਣੇ ਭਰਾਵਾਂ ਦੀ ਸੇਵਾ 'ਚ ਡਟੇ ਰਵਾਂਗੇ। ਸਰ, ਇੱਕ ਕਹਿੰਦੇ ਚੋਣ ਕਮੇਟੀ ਨੂੰ ਲੈ ਕੇ ਜਿਹੜੇ ਜੇਲ੍ਹਾਂ ਦੇ ਵਿੱਚ ਰਿਹਾਈ ਕਰਾਈ ਹੈ, ਕਮੇਟੀ ਦੀਆਂ ਚੋਣਾਂ ਆਉਣੀਆਂ, ਉਸ ਨੂੰ ਲੈ ਕੇ ਜਿਹੜੇ ਦਿੱਲੀ ਕਮੇਟੀ ਉਹ ਕਰ ਰਹੀ ਹੈ ਚੋਣਾਂ ਤੇ ਆਉਣਗੀਆਂ ਤੇ ਜਾਣਗੀਆਂ, ਕਿਆ ਹੁਣ ਚੋਣਾਂ ਕਰਕੇ ਨਾ ਕਰਾਉਂਦੇ? ਵਿਰੋਧੀ ਧਿਰਾਂ ਵੱਲੋਂ ਕਿਹਾ ਜਾ ਰਿਹਾ ਵੀ ਸਾਨੂੰ ਨਹੀਂ ਕਰਾਉਣਾ, ਬਾਹਰ ਨਹੀਂ ਕਢਾਉਣੇ ਚਾਹੀਦੇ ਜਿਨ੍ਹਾਂ ਚੋਂ ਕਢਾਉਣੇ ਚਾਹੀਦੇ ਆ, ਬਟ ਉਹ ਕਹਿੰਦੇ ਵੀ ਇਸ ਦਾ ਫਾਇਦਾ ਉਠਾਉਣਗੇ। ਨਹੀਂ, ਫਿਰ ਇਹਦਾ ਮਤਲਬ ਕਿ ਵਿਰੋਧੀ ਧਿਰ ਕੀ ਕਹਿ ਰਹੀ ਵੀ ਅਸੀਂ ਜੇਲ੍ਹਾਂ ਚੋਂ ਨਾ ਕਢਾਉਂਦੇ? ਇਹਦਾ ਮਤਲਬ ਇਹ ਹੋਇਆ ਫਿਰ ਇਹ ਉਹਨਾਂ ਦੀ ਸੋਚ ਹੋ ਸਕਦੀ, ਸਾਡੀ ਤਾਂ ਨਹੀਂ ਹੋ ਸਕਦੀ। ਅਸੀਂ ਤੇ ਉਹ ਲੋਕ ਹਾਂ ਜਿਨ੍ਹਾਂ ਨੇ ਸੱਜਣ ਕੁਮਾਰ ਨੂੰ ਜੇਲ੍ਹ 'ਚ ਛੱਡ ਕੇ ਆਏ ਹਾਂ। ਕਮਲਨਾਥ ਤੇ 35 ਸਾਲ ਬਾਅਦ ਮੈਂ ਕੇਸ ਖੁਲਵਾਇਆ, 33 ਸਾਲ ਬਾਅਦ ਕਮਲਨਾਥ ਤੇ 33 ਸਾਲ ਬਾਅਦ, ਔਰ 32 ਸਾਲ ਬਾਅਦ ਸੱਜਣ ਕੁਮਾਰ ਨੂੰ ਅੰਦਰ ਛੱਡ ਕੇ ਆਏ ਹਾਂ। ਉਹ ਲੋਕਾਂ ਨੂੰ ਅੰਦਰਾਂ ਜੇਲ੍ਹਾਂ 'ਚ ਭੇਜਿਆ ਜਿਹੜੇ ਘਰਾਂ 'ਚ ਆ ਕੇ ਸੋ ਗਏ ਸੀ। 20 ਸਾਲਾਂ ਬਾਅਦ 30 ਸਾਲਾਂ ਬਾਅਦ ਕੇਸ ਖੁਲਵਾ ਕੇ ਲੋਕਾਂ ਨੂੰ ਜੇਲ੍ਹਾਂ 'ਚ ਛੱਡ ਕੇ ਆਏ ਹਾਂ। ਬਹੁਤ ਫਖਰ ਮਹਿਸੂਸ ਕਰ ਰਹੇ ਹਾਂ ਕਿ ਅੱਜ ਸਾਡੇ ਨਗਰ ਪਿੰਡ ਦੇਲਾ ਸੀਹਾਂ ਵੱਲੋਂ ਮਨਜਿੰਦਰ ਸਿੰਘ ਜੀ ਸਿਰਸਾ ਨੂੰ ਫਖਰੇ ਕੌਮ ਦੇ ਨਾਲ ਜਿਹੜਾ ਸਨਮਾਨ ਕੀਤਾ ਜਾਣਾ ਹੈ, ਕਿਉਂਕਿ ਪਿਛਲੇ ਦਿਨੀ ਦਿੱਲੀ ਸੰਘਰਸ਼ ਦੇ ਵਿੱਚ ਜੋ ਸਾਡੇ 5 ਨੌਜਵਾਨ ਜਿਹੜੇ ਹੈ ਉਹ ਤਿਹਾੜ ਜੇਲ੍ਹ ਦੇ ਵਿੱਚ ਸੁੱਟੇ ਗਏ ਸੀ, ਉਹਨਾਂ ਨੂੰ ਸਰਦਾਰ ਮਨਜਿੰਦਰ ਸਿੰਘ ਜੀ ਸਿਰਸਾ ਜੀ ਨੇ ਜਿਹੜਾ ਆਪੋ ਆਪਣੀ ਘਰੇ ਜਿਹੜਾ ਭੇਜਣ ਦੇ ਵਿੱਚ ਸਾਡੀ ਸਹਾਇਤਾ ਕੀਤੀ ਹੈ। ਇਸ ਲਈ ਅਸੀਂ ਸਰਦਾਰ ਮਨਜਿੰਦਰ ਸਿੰਘ ਜੀ ਸਿਰਸਾ ਦਾ ਪਿੰਡ ਦੇਲਾ ਸੀਹਾਂ ਦੇ ਇਸ ਸਮਾਗਮ ਤੇ ਪਹੁੰਚਣ ਤੇ ਧੰਨਵਾਦ ਕਰਦੇ ਹਾਂ। ਅੱਜ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਉਹਨਾਂ ਦਾ ਸ਼ਹੀਦੀ ਸਾਲਾਨਾ ਜਿਹੜਾ ਜੋੜ ਮੇਲਾ ਹੈ ਉਹ ਸੰਗਤਾਂ ਬੜੇ ਉਤਸ਼ਾਹ ਨਾਲ ਮਨਾਉਂਦੀਆਂ ਨੇ। ਉਹਦੇ ਸੰਬੰਧ ਵਿੱਚ ਅਸੀਂ ਬੇਨਤੀ ਕੀਤੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੂੰ। ਅਸੀਂ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਡੀ ਛੋਟੀ ਜਿਹੀ ਬੇਨਤੀ ਨੂੰ ਵੱਡੀ ਕਰਕੇ ਜਾਣਿਆ ਤੇ ਉਹ ਲਗਭਗ 250 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਅੱਜ ਸਾਡੇ ਨਗਰ ਪਹੁੰਚੇ ਹੈ। ਸਾਰੇ ਹੀ ਨਗਰ ਵੱਲੋਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਜਿਹੜਾ ਸਨਮਾਨ ਕੀਤਾ ਜਾਣਾ ਔਰ ਧੰਨਵਾਦ ਕੀਤਾ ਜਾ ਰਿਹਾ। ਜਿਹੜੇ ਨੌਜਵਾਨ ਸੀਗੇ ਇੱਕੋ ਪਿੰਡ ਦੇ ਸੀਗੇ? ਹਾਂਜੀ, ਜਿਹੜੇ ਦਿੱਲੀ ਸੰਘਰਸ਼ ਦੇ ਦੌਰਾਨ ਜਿਹੜੇ ਹੈ 5 ਨੌਜਵਾਨ ਜਿਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਗਿਆ ਸੀਗਾ, ਉਹ ਇਸੇ ਨਗਰ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਦੇ ਜਨਮ ਨਗਰ ਦੇਲਾ ਸੀਹਾਂ ਦੇ ਸਨ ਤੇ ਉਹਨਾਂ ਤੇ ਪੁਲਿਸ ਨੇ ਬੜਾ ਅਤਿਆਚਾਰ ਕੀਤਾ। ਉਹ ਸਾਰੀ ਜਿਹੜੀ ਗੱਲਬਾਤ ਆ ਅਸੀਂ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੂੰ ਉਹਦੇ ਸੰਬੰਧ ਦੇ ਵਿੱਚ ਜਾਣੂ ਕਰਵਾ ਦਿੱਤਾ ਹੈ। ਉਸ ਤੋਂ ਬਾਅਦ ਅਸੀਂ ਜਿਹੜਾ ਉਹਨਾਂ ਤੇ ਵੀ ਜਿਹੜਾ ਬਣਦੀਆਂ ਧਾਰਾਵਾਂ ਜਿਹੜਾ ਪੁਲਿਸ ਤੇ ਵੀ ਅਸੀਂ ਇਹਦੀ ਕਾਰਵਾਈ ਕਰਵਾਵਾਂਗੇ। ਜੀ ਦੇਖੋ, ਹਰ ਸਾਲ ਦੀ ਤਰ੍ਹਾਂ ਬਾਬਾ ਅਕਾਲੀ ਫੂਲਾ ਸਿੰਘ ਦਾ ਇੱਥੇ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ ਤੇ ਪਿੰਡ ਦੇਲਾ ਸੀਹਾਂ ਉਹਨਾਂ ਦੀ ਪਵਿੱਤਰ ਜਨਮ ਧਰਤੀ ਵੀ ਹੈ। ਪਿੱਛੇ ਆਪਾਂ ਦੇਖ ਸਕਦੇ ਹਾਂ ਉਹਨਾਂ ਦਾ ਜਨਮ ਇੱਥੇ ਹੀ ਹੋਇਆ ਸੀਗਾ। ਉਹਨਾਂ ਦੀ ਸ਼ਹਾਦਤ ਦੇ ਵਿੱਚ ਹਰ ਸਾਲ ਬਹੁਤ ਵੱਡਾ ਮੇਲਾ ਲੱਗਦਾ। ਸਾਰੀਆਂ ਪਾਰਟੀਆਂ ਦੇ ਲੀਡਰ ਤੇ ਹੋਰ ਵੀ ਜਥੇਬੰਦੀਆਂ ਸਾਰੀਆਂ ਇੱਥੇ ਹਾਜ਼ਰੀ ਲਾਉਂਦੀਆਂ ਨੇ ਤੇ ਮੇਰਾ ਤਾਂ ਇਹ ਖਾਸ ਕਰ ਮੇਰਾ ਨਾਨਕਾ ਪਿੰਡ ਹੈ, ਬਚਪਨ ਮੇਰਾ ਇੱਥੇ ਗੁਜ਼ਰਿਆ। ਆ ਸਰਪੰਚ ਸਾਹਿਬ ਖੜੇ ਨੇ ਨਾਲ ਤੇ ਸਾਰੇ ਮਤਲਬ ਸਾਡਾ ਫਰਜ਼ ਬਣਦਾ ਹੈ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਜਾਂ ਹੋਰ ਵੀ ਗੱਲਾਂ ਤੋਂ ਬਾਹਰ ਆ ਕੇ ਆਪਦੀ ਹਾਜ਼ਰੀ ਲਾਈਏ ਤੇ ਇੱਥੇ ਨਤਮਸਤਕ ਹੋਈਏ, ਸ਼ਹੀਦੀ ਦਿਹਾੜਾ ਮਨਾਈਏ ਤੇ ਸਾਰੀਆਂ ਸੰਗਤਾਂ ਆਲੇ ਦੁਆਲੇ ਪਿੰਡਾਂ ਚੋਂ ਮੈਂ ਕਹਿੰਦਾ ਦੂਰੋਂ ਇੱਥੇ ਪਹੁੰਚਦੀਆਂ ਨੇ ਹਰ ਸਾਲ। ਮਨਜਿੰਦਰ ਸਿੰਘ ਸਿਰਸਾ ਨੂੰ ਸਨਮਾਨਿਤ ਕੀਤਾ ਜਾਣਾ ਹੈ ਤੇ ਕੀ ਕਹੋਗੇ? ਦੇਖੋ, ਉਹ SGPC ਦਿੱਲੀ ਦੇ ਪ੍ਰਧਾਨ ਨੇ। ਉਹਨਾਂ ਨੇ ਪਿੱਛੇ ਜਿਹੜੇ ਸਾਡੇ ਕਿਸਾਨ ਭਰਾ ਉੱਥੇ ਫਸੇ ਸੀਗੇ, ਕਿਸਾਨਾਂ ਦੇ ਜਿਹੜੇ ਝੂਠੇ ਪਰਚੇ ਮੋਦੀ ਸਰਕਾਰ ਨੇ ਪਾਏ ਸੀਗੇ, ਉਹ SGPC ਔਰ ਕਿਸਾਨ ਜਥੇਬੰਦੀਆਂ ਨੇ ਮਿਲ ਕੇ ਸਾਡੇ ਕਿਸਾਨ ਭਰਾਵਾਂ ਦੀ ਜਿਹੜੀ ਮਦਦ ਕੀਤੀ ਹੈ, ਉਸ ਦੇ ਸੰਬੰਧ ਵਿੱਚ ਅੱਜ ਇੱਥੇ ਸਾਡੇ ਜਿਹੜੇ 5 ਮੁੰਡੇ ਦੇਲਾ ਸੀਹਾਂ ਤੋਂ ਫੜੇ ਗਏ ਸੀ ਉਹਨਾਂ ਦੀ ਜ਼ਮਾਨਤ ਕਰਵਾਈ ਹੈ ਤੇ ਉਸ ਦੇ ਸੰਬੰਧ 'ਚ ਉਹਨਾਂ ਨੂੰ ਸਨਮਾਨਿਤ ਕਰ ਰਹੇ। ਅਸੀਂ ਵੈਲਕਮ ਕਰਦੇ ਹਾਂ, ਧੰਨਵਾਦ ਕਰਦੇ ਹਾਂ SGPC ਦਿੱਲੀ ਦਾ ਕਿ ਉਹਨਾਂ ਨੇ ਕਿਸਾਨਾਂ ਦੀ ਮਦਦ ਕੀਤੀ। ਦੱਸਦੀ ਕਿ ਇਸ ਤੋਂ ਇਲਾਵਾ ਸਿਰਸਾ ਨੇ ਕਿਹਾ ਹੈ ਕਿ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਕਿਸਾਨਾਂ ਲਈ ਕੂਲਰ, ਪੱਖੇ ਅਤੇ ਹੋਰ ਵੀ ਮਦਦ ਕਰਨ ਲਈ ਤਿਆਰ ਨੇ।
ਪਹਿਲਾਂ ਵੀ 84 ਦੇ ਦੰਗਿਆਂ ਸੰਬੰਧੀ ਪੀੜਤ ਸਿੱਖਾਂ ਦੀ ਮਦਦ ਕਰਦੇ ਹੋਏ ਕਮਲਨਾਥ ਨੂੰ 33 ਸਾਲ ਬਾਅਦ ਅਤੇ ਸੱਜਣ ਕੁਮਾਰ ਨੂੰ 32 ਸਾਲ ਬਾਅਦ ਘਰੋਂ ਜੇਲ੍ਹ ਭੇਜਿਆ ਹੈ। ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ, D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।